अस्सलाम वालेकुम नज़र चौहान ਤੁਹਾਡੇ ਨਾਲ ਅਮਰੀਕਾ ਤੋਂ ਰਾਬਤੇ ਜਿੱਥੇ ਇਸ ਵਕਤ ਦਰਜਾ ਹਰਾਰਤ 25 ਡਿਗਰੀ ਸੈਂਟੀਗ੍ਰੇਡ ਹੈ। ਕੱਲ 23 ਸੀ। ਤੁਸੀਂ ਦੇਖੋ ਕਿਆ ज़बरदस्त मौसम है जी। और ਹਵਾ ਚੱਲ ਰਹੀ ਹੈ। ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਵੈਦਰ ਚੇਂਜ ਦਾ ਜਾਂ ਕਲਾਈਮੇਟ ਚੇਂਜ ਦਾ ਫਰਕ ਇੱਥੇ ਸਾਡੇ ਕੋਲ ਪਏਗਾ ਕਿ ਐਟਲੀਸਟ ਹਵਸ ਤੋਂ ਜਾਨ ਛੁੱਟੀ ਜੁਲਾਈ 'ਚ ਜਿੰਨਾ ਹਵਸ 50% 60% ਦੇ ਅਰਾਊਂਡ ਹਿਊਮਿਡਿਟੀ ਵੀ ਰਹਿੰਦੀ ਹੈ ਕਿਉਂਕਿ ਸੂਰਜ ਵੀ ਨਿਕਲਦਾ ਆ। ਕਿਆ ਜ਼ਬਰਦਸਤ ਹਵਾ ਚੱਲ ਰਹੀ ਹੈ। ਹਵਾ ਦਾ ਮੈਂ ਤੁਹਾਨੂੰ ਬਾਰ-ਬਾਰ ਤਜ਼ਕਰਾ ਕਰਦਾ ਕਿ ਹਵਾ ਦੇ ਪਿੱਛੇ ਖੁਦਾਈ ਫੋਰਸ ਹੈ, ਉਹ ਐਨਰਜੀ ਹੈ, ਉਹ ਥ੍ਰਿਲ ਤੁਹਾਨੂੰ ਮਿਲਦੀ ਹੈ ਜਦੋਂ ਹਵਾ ਨੂੰ ਔਰ ਹਵਾ ਟਕਰਾਉਂਦੀ ਹੈ ਤੁਹਾਡੇ ਜਿਸਮ ਦੇ ਨਾਲ। ਔਰ ਦੂਸਰਾ ਸਮੁੰਦਰ ਦੀਆਂ ਲਹਿਰਾਂ ਟਕਰਾਉਂਦੀਆਂ। ਕਿਆ ਬਾਤ ਹੈ। ਕੱਲ੍ਹ ਹੀ ਮੈਂ ਆਪਣੀ ਕਿਤਾਬ ਦਾ ਇੱਕ ਸਰਵਰਕ ਮੇਰੇ ਚਿਲੀ ਤੋਂ ਇੱਕ ਫੋਲੋਅਰ ਨੇ, ਗ੍ਰਾਫਿਕ ਡਿਜ਼ਾਈਨਰ, ਉਹਨਾਂ ਨੇ ਪਹਿਲਾ ਭੇਜਿਆ, ਨਾਮ ਹੈ ਮੂਸਾ ਨਾ ਫਿਰੌਨ, ਬਹੁਤ ਜ਼ਬਰਦਸਤ ਟਾਈਟਲ ਦੇ ਨਾਲ। ਅਤੇ ਇੱਕ ਬੰਦੇ ਨੇ, ਮੈਂ ਫੇਸਬੁੱਕ 'ਤੇ ਲਾਇਆ, ਉਹਦੇ 'ਤੇ ਲਿਖਿਆ ਕਿ ਜੀ ਮੈਂ ਆਪਣਾ ਇਹ ਕਿਤਾਬ ਨਹੀਂ ਵਿਕੇਗੀ, ਵੇਚਣ ਲਈ ਰੱਖੀ ਨਹੀਂ ਕਿਤਾਬ, ਵੇਚਣ ਲਈ ਕਿਤਾਬ ਦੀ ਇਸ਼ਾਅਤ ਹੀ ਨਹੀਂ, ਵੇਚਣ ਲਈ ਮੇਰੇ ਨਾਲ ਵੀਲੋਗ ਨੇ, ਮੈਂ ਇਹਨਾਂ ਨੂੰ ਵੇਚਦਾ ਨਹੀਂ, ਮੋਨੀਟਾਈਜ਼ ਨਹੀਂ ਕਰਾਇਆ ਹੋਇਆ ਆਪਣਾ ਚੈਨਲ। ਕੋਈ ਚੀਜ਼ ਇੱਕ ਕਮਰਸ਼ੀਅਲ ਚੀਜ਼ ਥੋੜ੍ਹੀ ਹੈ। ਇਹ ਤਾਂ ਫਰਜ਼ ਕਿਫਾਇਆ ਹੈ ਇੱਕ ਜਿਹੜਾ ਮੈਂ ਅਦਾ ਕਰ ਰਿਹਾ ਹਾਂ। ਔਰ ਬੜੇ ਇਸ ਕੋਸਮਿਕ ਡੈਂਸ 'ਚ ਇੱਕ ਲਾਈਟ ਚਲਾਈ ਹੈ, ਇੱਕ ਦੀਵਾ ਜਲਾਇਆ ਵਾ, ਇੱਕ ਰੋਸ਼ਨੀ ਹੈ ਜਿਹੜੀ ਮੈਂ ਕੀਤੀ ਹੋਈ ਹੈ। ਬਹਰਹਾਲ ਇਹ ਤਾਂ ਤੁਹਾਡੀ ਸੋਚ ਹੈ। ਔਰ ਦੇਖ ਲਓ ਤੁਸੀਂ, ਉਹ ਹਿੰਦੁਸਤਾਨ 'ਚ ਉਹ ਕਾਮਯਾਬ ਹੋ ਗਏ ਜਨਰੇਸ਼ਨ ਜ਼ੀ ਵਾਲੇ। ਕਾਕਰੋਚ ਜਨਤਾ ਪਾਰਟੀ ਕਮਾਲ ਕਰ ਦਿੱਤੀ ਮੁੰਡਿਆਂ ਨੇ, ਹੈ ਜੀ, ਯੰਗ ਲੋਕਾਂ ਨੇ। ਮੈਂ ਉਹਨਾਂ ਹੀ ਇੱਕ ਵੀਡੀਓ ਵੀ ਸੁਣਾਵਾਂਗਾ ਯੰਗ ਮੁੰਡੇ ਦੀ, ਤੁਸੀਂ ਹੈਰਾਨ ਹੋਵੋਗੇ ਕਿਸ ਤਰ੍ਹਾਂ ਉਹ ਬੋਲਦੇ ਨੇ, ਕਿਸ ਤਰ੍ਹਾਂ ਉਹ ਗੱਲ ਕਰਦੇ ਨੇ। ਕਾਂਗੜੀ ਜਿਹੇ ਨੇ, ਮੁਸ਼ਕਿਲ ਨਾਲ ਗੱਲ ਨਿਕਲਦੀ, ਆਵਾਜ਼ ਨਿਕਲਦੀ, ਲੇਕਿਨ ਪਾਕਿਸਤਾਨੀਆਂ ਦੀ ਤਰ੍ਹਾਂ ਨਹੀਂ, ਕਿਉਂਕਿ ਪਾਕਿਸਤਾਨੀਆਂ ਦੀ ਲੁੱਲੀ 2 ਸੈਂਟੀਮੀਟਰ ਦੀ ਹੈ ਔਰ ਦਿਮਾਗ 1 ਸੈਂਟੀਮੀਟਰ ਦਾ। ਇਹ ਪਾਕਿਸਤਾਨੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹੈ। ਔਰ ਧਰਮਿੰਦਰਾ ਨੂੰ ਰਿਜ਼ਾਈਨ ਕਰਨਾ ਪਿਆ ਔਰ ਉਹਨਾਂ ਦੇ ਸਾਰੇ ਮੁਤਾਲਬਾਤ ਪੂਰੇ ਹੋਏ ਕਿ ਉਹ ਸੁਈਸਾਈਡ ਜਿਹੜਾ ਹੈ ਆਪਣਾ, ਉਹ ਕੀ ਸੁਈਸਾਈਡ ਜਿਹਨਾਂ ਨੇ ਕੀਤੀ ਸੀ ਲੀਕਸ ਦੀ ਵਜ੍ਹਾ ਦੇ ਨਾਲ, ਉਹ ਸਾਰੇ ਦੀਆਂ ਫੈਮਲੀਜ਼ ਨੂੰ ਕੰਪਨਸੇਟ ਕੀਤਾ ਜਾਏਗਾ ਔਰ ਇੱਕ ਫਾਸਟ ਟਰੈਕ ਕੋਰਟਸ ਬਣਾਈਆਂ ਜਾਣਗੀਆਂ ਜਿਹਨਾਂ ਲੀਕਸ ਦੇ ਅੱਗੇ ਤੋਂ ਫਿਊਚਰ 'ਚ ਕੰਟਰੋਲ ਕੀਤਾ ਜਾ ਸਕੇ। ਠੀਕ ਹੈ ਨਾ ਜੀ। ਮੋਦੀ ਨੂੰ 12 ਸਾਲ 'ਚ ਪਹਿਲੀ ਦਫਾ ਐਡੀ ਵੱਡੀ ਸ਼ਿਕਸਤ ਹੋਈ ਹੈ। ਮੋਦੀ ਤੇ ਆਪਣੇ ਆਪ ਨੂੰ ਬੜਾ ਫੰਨੇ-ਖਾਂ, ਬੜਾ ਨਵਾਬ ਸਮਝਦਾ ਸੀ। ਔਰ ਬਲਕਿ ਸਟਾਰਟ ਹੀ ਉਸ ਵੀਡੀਓ ਤੋਂ ਲੈਂਦੇ ਹੈ ਜਿਹੜੇ ਉਹ ਮੁੰਡੇ ਨੇ ਕੀਤੀ ਹੈ। ਕਿਆ ਜ਼ਬਰਦਸਤ ਹੈ ਜੀ। ਮਤਲਬ ਉਹਨੇ ਕਿਸ ਤਰ੍ਹਾਂ ਉਹ ਲਿਆ ਆ, ਕਿਸ ਤਰ੍ਹਾਂ ਜਹਾਜ਼ ਫਿਰ ਜਾ ਰਿਹਾ। ਮੈਂ ਤੁਹਾਨੂੰ ਦੱਸਿਆ ਨਾ, ਜਹਾਜ਼ ਹਮੇਸ਼ਾ ਹੀ ਇੱਥੋਂ ਜਾਂਦੇ ਆ। क्यों लगेगा? अरे हम डरने वाले थोड़ी, हमने भगत सिंह को पढ़ा है, सुखदेव को पढ़ा है, राजगुरु को पढ़ा है, मौलाना हुसैन अहमद मदनी को पढ़ा है। डर क्यों बताइए लगेगा? हमने बहादुर शाह जफर को पढ़ा है। बताइए हमने किसको नहीं पढ़ा? डर क्यों डरने वाले लगेगा? थोड़ी हमने पढ़ेंगे भाजपा के तब कोई दिक्कत नहीं है। डंडे किसको नहीं पड़े? किसको? जलियांवाला बाग हत्याकांड को देख लीजिए। अंग्रेजों ने कहा था कि पठान भाग रहे थे तो हमें गोली चलानी पड़ी। तब एक पठान के बेटे खान अब्दुल गफ्फार खान ने कहा था कि सरकार अगर किसी एक पठान की पीठ पर गोली दिखा देगी तो आजादी के संग्राम से मुसलमान उसी दिन पीछे हट जाएगा। और पूरे 5 दिन पोस्टमार्टम चला था और 76 के 76 पठानों की पोस्टमार्टम हुई थी और किसी की पीठ पर गोली नहीं थी, सबने गोली अपनी छाती पे खाई थी। आप कह रहे हम हट जाए, कहाँ से हट जाएंगे? अब हटेंगे जब तक इस्तीफा नहीं हो जाता, प्रॉब्लम का सॉल्यूशन नहीं हो जाता, तब तक ये आंदोलन ऐसे ही चलता रहेगा। आज जो इस्तीफा हो गया, इस्तीफा होता है वहाँ, किसान इतने सारे शहीद हो गए, इस्तीफा हुआ तो काले कानून वापस हुए या नहीं हुए? बताइए पत्रकार महोदय। और प्रॉब्लम के खिलाफ जितनी देरी से उठा जाता है, शहादत उतनी ज्यादा होती है। अरे कोई दिक्कत नहीं है, हम संविधान के मानने वाले हैं। संविधान को आगे रख के जो भी फैसला होगा, जो भी कुछ होगा, हम वही करेंगे। और राघव चड्ढा ने कहा था गुंडों की पार्टी कौन सी है, तो आप पत्रकार महोदय सब जानते हैं गुंडों की पार्टी कौन सी है। मंदिर में चोरी हुई, इसको आप कैसे देख रहे हैं? अरे मंदिर की चोरी तो आप छोड़िए भाई साहब, अब क्या बताया जाए। ये यहाँ एजुकेशन का मुद्दा, मंदिर मत लाइए यहाँ।
लुट जाए तो कोई दिक्कत नहीं। अरे मंदिर थोड़ी लुट जाएगा, ये तो आपको ब्रजेश पाठक से पूछना चाहिए। एक पत्रकार ब्रजेश पाठक से पूछ रहा है कि मंदिर में चोरी हो गई, वो कह रहे हैं मुझसे मस्जिद का सवाल पूछिए। ये कोई बात है भाई? आप स्वास्थ्य मंत्री हो उत्तर प्रदेश के और कोई तुमसे सवाल पूछ रहा है, तुम कह रहे हो नहीं नहीं नेहरू जिम्मेदार है। ये कैसी सरकार है? नेहरू कहाँ से जिम्मेदार है? वर्तमान में तुम हो यार, सवाल तुमसे होंगे। नेहरू किसी वैसे और से थोड़ी पार्टीशन होंगे। का जिम्मेदार है। इलाज करने कह रहे हैं अध्यक्ष जो बीजेपी के राष्ट्रीय अध्यक्ष कह रहे हैं इलाज कर रहे हैं कार्यकर्ता। देखो ऐसे तो सभी कहते रहते हैं, और हमसे जो भी होगा, जो भी कुछ होगा, ਲਓ ਜੀ ਇਹ ਹੈ ਮਤਲਬ ਇਸ ਤਰ੍ਹਾਂ ਕਰਕੇ ਮੁੰਡਿਆਂ ਨੇ ਕਮਾਲ ਕਰ ਦਿੱਤੀ। ਯੰਗ ਜਨਰੇਸ਼ਨ ਦੀ ਓਏ ਪਤਲੀ ਸਿੱਕੀ ਕਾਨਿਆਂ ਬੁੰਜ ਗੂਨੇ ਲੇਕਿਨ ਉਹ ਡਟੇ ਰਹੇ ਜਨਾਬ ਸਾਹਿਬ। ਤੁਹਾਡੇ ਪੰਜਾਬੀਆਂ ਦੇ ਲਾਨਤ ਤੁਹਾਡੇ 2 ਸੈਂਟੀਮੀਟਰ ਲੁੱਲੀ ਦੇ 1 ਸੈਂਟੀਮੀਟਰ ਦਿਮਾਗ ਵਾਲੇ। ਮੇਰਾ ਤਾਂ ਖਿਆਲ ਲੁੱਲੀ ਵੀ 1 ਸੈਂਟੀਮੀਟਰ ਦੀ ਹੈ ਤੁਹਾਡੀ। ਇਹ ਦੇਖ ਲਓ ਇਹ ਮੁੰਡਿਆਂ ਨੇ ਕੀ ਕਮਾਲ ਕਰ ਦਿੱਤੀ ਔਰ ਉਹਨਾਂ ਨੇ ਆਪਣੇ ਰਾਈਟਸ ਬਣਵਾਏ ਹੈ। ਬਲਕਿ ਚੱਲਦੇ ਹੋਏ ਇਹਦੇ ਨਾਲ ਹੀ ਮੈਂ ਕਸ਼ਮੀਰ ਦੀ ਵੀ ਗੱਲ ਕਰਾਂਗਾ। ਕਸ਼ਮੀਰੀ ਵੀ ਆਪਣੇ ਰਾਈਟ ਬਣਵਾਉਣਗੇ, ਤੁਸੀਂ ਨਹੀਂ ਬਣਵਾ ਸਕੋਗੇ। ਤੁਸੀਂ ਉਹ ਇਮਰਾਨ ਖਾਨ ਦੀ 2 ਸੈਂਟੀਮੀਟਰ ਲੁੱਲੀ ਦੀ ਪੈਦਾਵਾਰ, ਮੇਰੀ ਫੌਜ, ਮੇਰਾ ਪਾਕਿਸਤਾਨ, ਮੇਰੀ ਟੂਈ, ਇਹ ਮਰਦੇ ਮੁਜਾਹਿਦ ਸੀ ਜਿਹਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਫੌਜ ਨੂੰ ਮਦਰ ਚੋਤ ਸੂਰ ਨੂੰ ਗਾਲੀਆਂ ਕੱਢੀਆਂ। ਹੁਣ ਇਹਨਾਂ ਦੇ ਖਿਲਾਫ ਡਟਿਆ 2002 ਤੋਂ ਇਹਨਾਂ ਦੇ ਖਿਲਾਫ ਡਟਿਆ ਹੋਇਆ, ਠੀਕ ਹੈ। ਔਰ ਤੁਸੀਂ ਤੇ ਹੁਣ ਗਾਲੀਆਂ ਛਾਲੀਆਂ ਤੱਕ ਨੌਬਤ ਆਈ ਹੋ। ਨਸਰੀਨ ਔਰ ਚਾਂਦ ਨੇ ਵੀ ਉੱਥੋਂ ਦੇਣਾ ਸ਼ੁਰੂ ਕੀਤੀਆਂ। ਕਸ਼ਮੀਰ ਦੇ ਮਾਮਲੇ 'ਚ ਇੱਕ ਦੋਸਤ ਨੇ ਸਾਡੇ ਖਾਨ ਸਾਹਿਬ ਨੇ ਯੂਨਾਈਟਿਡ ਕਿੰਗਡਮ ਤੋਂ ਬਹੁਤ ਅੱਛੀ ਵੀਡੀਓ ਭੇਜੀ, ਉਹ ਵੀ ਜ਼ਰਾ ਸੁਣ ਲਓ। मियां मोहम्मद नवाज शरीफ आया है लैपटॉप लेने के लिए। मियां मोहम्मद नवाज शरीफ आया है, कहता है बसें लेके आया हूँ, बस और लैपटॉप यतीमों, मस्कीनों, गरीबों, बेगरतों, बेशर्मों चाहिए, और कश्मीरी तुम्हें देंगे। लैपटॉप नहीं चाहिए, लैपटॉप नहीं लैपटॉप नहीं चाहिए, हमें जो वो बसें नहीं चाहिए। हम आपसे ये कहते हैं हमारी जमीन पर, हमारे वसाइल पर हमारा इख्तियार दीजिए। वाह। जो इख्तियार है वो दीजिए। ये लैपटॉप और ये बसें हम आप जैसे मंगू को हम तोहफे में दिया करेंगे। बस रह गया है आराम ज़रा। हर सब कदर पर हम खैरात निकालेंगे अपने बच्चों की, हम खैरात निकालेंगे, हम अपने शहीदों का सदका निकालेंगे, खैरात निकालेंगे, और वो हम आपको देंगे। कश्मीर में लोगों का खून बह रहा है, उस पर आप कान नहीं धरते। कश्मीर में लोगों का खून बहता है, उस पर आप कान नहीं धरते। लोगों की लाशें, कश्मीरियों की लाशें आपकी हिरासत में हैं। असरतानों पर आपने हमला किया है, बजाय इसके कि रियासत पाकिस्तान, उसका वजीर आजम, उसकी अस्करी क़यादत शर्मिंदा और कश्मीरियों से माजरत करे। वो जब डोंग लगाते हैं इलेक्शन का, और इलेक्शन का तरीकाकार क्या है? 27 तारीख को इलेक्शन करवाएंगे मीरपुर डिवीजन में, और वोटिंग की गिनती नहीं होगी। अपनी मर्जी की हुकूमत बैठाना चाहते हैं। हम इनसे कहते हैं हुकूमत नहीं चल सकती, अवाम के अलावा कोई हुकूमत नहीं चल सकती। हुकूमत वो चलेगी जिसे लोग मुंतखब करेंगे, जिसे ये माएँ बहनें बेटियां वोट देंगी, जिसे ये मर्द वोट देंगे, जिसे ये कश्मीर के अवाम वोट। ਲੈ ਇਹ ਸੁਣ ਲਓ ਜੀ ਤੁਸੀਂ ਕਸ਼ਮੀਰੀਆਂ ਦਾ ਵੀ। ਤੁਸੀਂ ਕਿੱਥੇ ਖੜੇ ਹੋ ਪੰਜਾਬੀ? ਲਿੱਦ ਤੇ ਗੂੰ ਹੋ ਤੁਸੀਂ ਪੰਜਾਬੀ, ਲਿੱਦ ਤੇ ਗੂੰ ਹੋ। ਸਾਨੂੰ ਕੀ ਟਿਕਟੋਕ ਤੇ ਬੈਠੇ ਹੋ ਮਰਾਸੀ ਜੇ ਉਂਗਲੀਆਂ, ਔਰਤਾਂ ਦੀ ਇੰਨੀ ਤਾਕਤ ਵੀ ਨਹੀਂ ਹੈ ਕੁੜੀਆਂ ਦੇ ਪਿੱਛੇ ਦੌੜਨਾ। ਉਹ ਇੱਕ ਬਲਕਿ ਉਹ ਕੱਲ ਮੌਲਾਨਾ ਸਾਹਿਬ ਪੜ੍ਹੇ ਗਏ ਜੀ, ਉਹ ਦੇਖੋ ਤੁਸੀਂ ਪਾਕਿਸਤਾਨ ਕਿਸ ਤਰ੍ਹਾਂ ਦੇ ਕੰਮ ਹੁੰਦੇ ਆ। ਆਰਾਮਜ਼ਦਗੀ ਦੀ ਇੰਤਹਾ ਤੇ ਪਾਕਿस्तान पहुंचा हुआ है, ठीक है ना जी। मतलब मेरे जिस्म पर इतने बाल नहीं, लाहौर का वो काला बाप जिसने 40 साल से ख़वातीन की इस्मत को अपनी खुराक बनाया। लोअर माल के पुरतयश इलाके में वाक़ मस्जिद का महराब, जहाँ से हर जुमे की तौहीद की सुलाएँ बुलंद होती थी, वहीं 4 अशरों से एक शैतानी साजिश का मरकज़ बनी हुई थी। इमाम कारी यूनुस इमाम साहब, जिसका चेहरा तकवा का पुतला और हाथ कुरान की तिलावत का आदी था, दरअसल एक दरिंदा निकला जिसने रूहानी इलाज के नाम पर मासूम ख़वातीन को जिनसी ज़्यादती का निशाना बनाया। पुलिस ने जब उसके घर पर छापा मारा तो वहाँ से हज़ारों ख़वातीन की बरहना वीडियोज़ और जिनसी इस्तेसाल के रिकॉर्ड बरामद हुए, जिनमें कुछ वीडियोज़ तो इतनी हैबतनाक थीं कि तफ्तीशकार भी लरज़ उठे। मुलजिम ने इतराफ़ किया कि उसने 80 की दहाई से अब तक 4000
से ज़ायद ख़वातीन को जन्नात निकालने के झांसे में अपने जाल में फंसाया, 4000 और उन्हें शरई पर्दे के बहाने कपड़े उतारने पर मजबूर किया। लेकिन इसकी इंतहा ये थी कि मीडिया की खुफिया टीम ने 2 माह की ज़ेर ज़मीन कार्रवाई के बाद इसे वक्त रंगे हाथों पकड़ा, जब वो एक नौजवान डॉक्टर खातून को दम करने का बहाना देकर अपनी निजी कोठरी में जा रहा था। कैमरे की आंख ने वो मंजर कैद कर लिया जब इमाम साहब अपने इमामा उतार कर एक वहशी का रूप धार रहे थे। अब ये 40 साला तारीख बाब लाहौर की तारीख का बदतरीन जिनसी स्कैंडल बनकर सामने आया, जहाँ एक मस्जिद का महराब खुद एक भेड़िए की खोज बन गया था और उसकी आवाज़ कुरान दरअसल ख़वातीन की चीखों का पर्दा थी। तफ्तीशकार अब तक 200 से ज़ायद मुतासरा ख़वातीन तक पहुँच चुके हैं और इंकशाफात हर गुज़रते दिन के साथ मज़ीद चौंका देने वाले होते जा रहे हैं। मेरे जिस्म पर इतने बाल नहीं जितनी औरतों के साथ मैंने ज़ना किया है। ये मौलवी साहब दा ये तो पहला, बल्कि तुहानू पता ही है कि ਉਹਦੀ ਉਹ ਅਰਬਾਂ ਰੁਪਏ ਦੀ ਜਾਇਦਾਦ ਨਿਕਲੀ ਸੀ, ਉਹ ਜਿਹੜਾ ਮੌਲਾਨਾ ਵੀ ਫੌਤ ਹੋਇਆ ਸੀ ਹੈ ਜੀ। ਉਹ ਮਤਲਬ ਤੁਸੀਂ ਅੰਦਾਜ਼ਾ ਲਾਓ ਕਿ ਉਹ ਵੀ ਦਿਓਬੰਦੀਆਂ ਦਾ ਕਿ ਕਿਹਨਾਂ ਦਾ ਉਹ ਕੋਈ ਸੀ, ਠੀਕ ਹੈ ਨਾ ਜੀ। जामिया बनोरिया का जड़ा मुफ्ती नईम ने फरजंद ने अपने वालिद की वरासत के बंटवारे के लिए कोर्ट गए तो अदालत ने हुक्म दिया कि मौलाना की कुल आमदनी का तखमीना लगाया जाए। अदालत में तमाम जज ये देख कर हैरत ज़दा हो गए कि मौलाना की कुल आमदनी 5 अरब 34 करोड़ 27,147 रुपये, 5 अरब हैं जी। बैंकों बुक्स में बैंकों में मौजूद थे, मतलब ये बैंकां सी 5 अरब रुपया, ये तो जायदाद पता नहीं कितनी। हालांकि मौलाना अपने पास माल जमा करने, सूद खाने और दुनिया को मोमन के लिए कैद खाना और शैतान के लिए जन्नत समझते थे। मासूफ की ये बात इलाके में काफ़ी मशहूर हुई थी जब पिछले साल उन्होंने कुर्बानी का जानवर इसलिए नहीं ख़रीदा था कि मेरे पास पैसे ही नहीं है। ए तुहाडा इस्लाम है। ਸਾਡੇ ਪੈਗੰਬਰਾਂ ਲੱਤਾਂ ਚੁੱਕੀਆਂ ਦੇ ਮੱਤ ਕੀ ਆਣੀ ਤਾਂ ਸਾਨੂੰ, ਠੀਕ ਹੈ ਨਾ। ਇਹ ਕੰਮ ਹੈ। ਉਹ 4000 ਫੜਕਾ ਗਿਆ ਮਸਜਿਦ ਦਾ ਇਮਾਮ ਮਹਿਰਾਬ ਤੋਂ ਹੈ ਕਾਰੀ ਸਾਹਿਬ। ਕੁਰਾਨ, ਇਹ ਕੁਰਾਨ ਬੜਾ ਅੱਛਾ ਜੀ। ਇਹ ਕੁਰਾਨ ਦੇ ਇਟਸੈਲਫ ਬੜੀਆਂ ਬਰਕਤਾਂ, ਇਹਨਾਂ ਨੂੰ ਉੱਤੇ ਇਹਨੂੰ ਗੁਲਾਫ ਲਪੇਟ ਕੇ ਇਹਨੂੰ ਉੱਤੇ ਰੱਖੋ, ਜਿਹੜੀਆਂ ਬੜੀਆਂ ਬਰਕਤਾਂ। ਔਰ ਬਈ ਬੇਟੀ ਆਪਣੀ ਦੀ ਸ਼ਾਦੀ ਦੇ ਸਿਰ 'ਤੇ ਰੱਖ ਕੇ ਇਹਨੂੰ ਚਲਾਓ। ਨਥਿੰਗ ਇਨ ਇਟ, absolutely nothing in it. Everything boils down to ਤੁਹਾਡੇ ਅਮਲ, ਤੁਹਾਡਾ ਕਿਰਦਾਰ। ਤੁਸੀਂ ਕਿਰਦਾਰ ਕੀ ਕਰਦੇ ਹੋ ਔਰ ਤੁਹਾਡਾ ਦਿਲ, ਮੁਹੱਬਤ, ਪਿਆਰ, ਇਹ ਹੈ ਕੀ? ਇਹ ਦੁਨੀਆ, ਇਹ ਸਾਰੀ ਜ਼ਿੰਦਗੀ ਹੈ ਕੀ? ਇੰਟਰਨੈਸ਼ਨਲ ਥੋੜ੍ਹਾ ਜਿਹਾ ਖਬਰਾਂ ਪਾਕਿਸਤਾਨ ਦਾ ਤਾਂ ਤੁਹਾਨੂੰ ਪਤਾ ਹੀ ਹੈ ਹਾਲਾਤ। ਕੱਲ੍ਹ ਉਹਨੇ 7 ਤੋਂ ਸੀਨੀਅਰਿਟੀ 8 ਤੇ ਜਿਹੜਾ ਸੀ ਉਹਨੂੰ ਇਹ ਚੀਫ ਦਾ ਉਹਦਾ ਦਿੱਤਾ, ਜਿਹੜਾ ਐਟੋਮਿਕ ਔਰ ਉਹ ਸਾਰਾ 4 ਸਟਾਰ ਜਨਰਲ ਦਾ, ਕਿਉਂਕਿ OTS ਦਾ ਜੀ ਮੈਂ ਕੱਲ੍ਹ ਦੇ ਵੀਲੋਗ ਤੇ ਇਹਦੇ 'ਤੇ ਗੱਲ ਕੀਤੀ। ਇਹ ਤੁਹਾਨੂੰ ਮੈਂ ਦੱਸਾਂ 2 ਬੰਦੇ, ਮਨੀਰਾ ਮਿਸਤਰੀ ਸੂਰ ਤੇ ਨਵਗਾੜਾ, ਇਹਨਾਂ ਦਾ ਆਪਸ ਇਸ ਤਰ੍ਹਾਂ ਗੱਠ ਜੋੜ ਹੈ, ਮੁਲਕ ਨੂੰ ਤਬਾਹ ਕਰਕੇ ਹਟਣਗੇ। ਆਜ਼ਾਦ ਕਸ਼ਮੀਰ 'ਚ ਵੀ ਗਾਂਡਾਗੀਰੀ ਦਾ ਪਲਾਨ ਹੈ, ਠੀਕ ਹੈ। ਗਾਂਡੇ ਨੂੰ ਬਣਾਉਣ ਦਾ ਉੱਥੇ ਵੀ ਪਲਾਨ ਹੈ ਮਨੀਰਾ ਮਿਸਤਰੀ ਸੂਰ ਦਾ। ਲਓ ਕਰਕੇ ਦੇਖ ਲਓ, ਕਰ ਲਓ। ਆਜ਼ਾਦ ਕਸ਼ਮੀਰੀ ਉਸ ਤਰ੍ਹਾਂ ਦੇ ਨਹੀਂ ਹੈ। ਹੁਣ ਤੁਹਾਡਾ ਮੁਕਾਬਲਾ ਕਰਨਗੇ। ਕਸ਼ਮੀਰ 'ਚ ਇੱਕ ਹੋਰ ਬੜੀ ਐਡਵਾਂਟੇਜ ਇਹ ਹੈ ਕਿ ਜਨਾਬ ਸਾਹਿਬ ਉੱਥੇ ਆਲੇ ਦੁਆਲੇ ਉਹ ਟੋਪੋਗ੍ਰਾਫੀ ਐਸੀ ਹੈ ਐਂਡ ਉਹ ਸੈਲਫ ਸਫੀਸ਼ੈਂਟ ਨੇ। ਮਤਲਬ ਅਗਰ ਉਹਨਾਂ ਨੂੰ ਕੱਟ ਆਫ ਕਰ ਦਿਓ ਗੈਸ, ਬਿਜਲੀ, ਉਹਨਾਂ ਕੋਲ ਦੇ ਵਿਲ ਸਟਿਲ ਹੈਵ ਵਾਟਰ। ਬਿਜਲੀ ਦੀ ਉਹਨਾਂ ਨੂੰ ਜ਼ਰੂਰਤ ਨਹੀਂ। ਚੁੱਲ੍ਹੇ ਉਹ ਅੱਗ ਦੇ ਨਾਲ ਕਰ ਦਿੰਦੇ ਆ, ਅਨਾਜ ਉੱਥੇ ਹੀ ਗਰੋ ਕਰਦੇ ਆ, ਠੀਕ ਹੈ। ਈਵਨ ਮੀਰਪੁਰ ਵਾਲਿਆਂ ਨੇ ਬੜਾ ਟਫ ਇਹਦੇ 'ਤੇ ਫਾਈਟ ਕੀਤੀ ਹੈ। ਅਤੇ ਪਾਕਿਸਤਾਨ ਨੂੰ ਸ਼ਿਕੰਜੇ 'ਚ ਉਤੋਂ ਟਰੰਪ ਤੁੰਨ ਰਿਹਾ, ਉਤੋਂ ਨਾਲ ਹੀ ਸ਼ਹਬਾਜ਼ ਤੋਂ ਦਵਾਈ ਕੇ ਸ਼ਹਬਾਜ਼ ਨੇ $10 ਬਿਲੀਅਨ ਦਾ ਜਿਹੜਾ ਕਹਿਣਾ ਸ਼ੁਰੂ ਕੀਤਾ ਸੀ ਨਾ, ਹੁਣ ਪਤਾ ਲੱਗ ਗਿਆ ਕਿ $10 ਬਿਲੀਅਨ ਉਹ ਮੰਗ ਰਿਹਾ ਸੀ, ਕਿ ਨਾਲ ਹੀ ਟਰੰਪ ਸ਼ਰਤਾਂ ਲਾਏ। ਉਹ ਇਹ ਕਹਿਣ ਜੀ ਸਾਡੀ ਤੇ ਉਹ ਦੇਖੋ 75% GDP ਤੋਂ ਡੈਟ ਰੇਸ਼ੋ 75% ਤੇ ਚਲੀ ਗਈ ਹੋਈ ਹੈ। GDP ਟੂ ਡੈਟ ਜਿਹੜੀ ਰੇਸ਼ੋ ਹੈ, ਡੈਟ ਟੂ GDP, ਸੌਰੀ, ਅੰਦਾਜ਼ਾ ਲਾਓ। ਕਮਾਲ, ਇੰਨਾ ਗੰਦ, ਇੰਨੀ ਗਲਾਜ਼ਤ, ਇੰਨੀ ਬਦਮਾਸ਼ੀ, ਇੰਨਾ ਫਰਾਡ ਦਿਨ ਦਿਹਾੜੇ, ਔਰ ਕੋਈ ਰਿਐਕਸ਼ਨ ਨਹੀਂ।
26 ਕਰੋੜ 2 ਸੈਂਟੀਮੀਟਰ ਦੀਆਂ ਲੁੱਲੀਆਂ ਦੇ ਨਾਲ ਆਰਾਮ ਨਾਲ ਸਕੂਨ ਨਾਲ ਬਿਲਕੁਲ ਬੈਠੇ ਨੌਜਵਾਨ ਉਹਨਾਂ ਤੋਂ ਮੇਲ ਤੇ ਸ਼ਾਇਦ 10 ਕਰੋੜ ਹੋਣ 26 ਕਰੋੜ ਵੀ ਇਸ ਤਰ੍ਹਾਂ ਦੇ ਹੀ ਨੇ ਸਾਰੇ। ਉਹ ਅਲੀਮਾ ਖਾਨ ਹੁਣ ਟਰਾਈ ਕਸ਼ਮੀਰ ਉੱਥੋਂ ਫਰੰਟੀਅਰ ਤੋਂ ਜਾ ਕੇ ਕਰ ਰਹੀ ਹੈ। ਨਵੇਂ ਸਿਆਪੇ, ਨਵਾਂ ਗੰਦ, ਨਵੇਂ ਫਰਾਡ ਇੰਟਰਨੈਸ਼ਨਲ ਲੈਵਲ 'ਤੇ ਉਸੇ ਤਰ੍ਹਾਂ। ਕੱਲ੍ਹ ਮੈਂ ਦੇਖ ਰਿਹਾ ਸੀ ਜਿਆਂਗ ਬੜੀਆਂ ਅੱਛੀਆਂ ਪ੍ਰੋਫੈਸਰ ਗੱਲਾਂ ਕਰਦਾ, ਉਹਨੇ ਇੱਕ ਬੜੀ ਅੱਛੀ ਥਿਊਰੀ ਦਿੱਤੀ ਸੀ ਕਿ ਤੁਸੀਂ ਦੇਖੋ ਕਿ ਇੰਟਰਨੈਸ਼ਨਲੀ ਜਿਹੜੀਆਂ 3 ਡਿਵੈਲਪਮੈਂਟਸ ਹੋਈਆਂ ਦੇ ਆਰ ਵੈਰੀ ਸਟ੍ਰੇਂਜ। ਮਤਲਬ ਇੱਕ ਉਹਨੇ ਕਿਹਾ ਕਿ ਜਿਹੜੀ ਕਾਜ਼ਖਸਤਾਨ 'ਚ ਕਾਨਫਰੰਸ ਹੋਈ ਹੈ ਸ਼ੰਘਾਈ ਆਰਗੇਨਾਈਜੇਸ਼ਨ ਦੀ ਮੀਟਿੰਗ, ਔਰ ਉਹਦੇ 'ਚ ਫੋਰਨ ਮਿਨਿਸਟਰਸ ਦੀ ਮੀਟਿੰਗ, ਔਰ ਉਹਦੇ 'ਚ ਜਿਹੜੇ ਚੀਨੀ, ਰੂਸੀ ਔਰ ਇਰਾਨੀ ਫੋਰਨ ਮਿਨਿਸਟਰਸ ਨੇ ਜੋ ਯਕਜਹਿਤੀ ਔਰ ਜੋ ਮਜ਼ੀਦ ਤਾਵਨ ਦਾ ਕਿਹਾ ਆ। ਔਰ ਦੂਸਰਾ ਬਾਬੁਲ ਮੰਦਬ ਤੋਂ ਜਿਹੜਾ ਚੀਨੀ ਕਸ਼ਤੀਆਂ ਨੂੰ ਜਾਣ ਦੀ, ਚੀਨੀ ਰੈਨ ਆਇਲ ਸ਼ਿਪਸ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ। $3-4 ਮਿਲੀਅਨ 3-4 ਮਿਲੀਅਨ ਬੈਰਲ ਆਫ ਆਇਲ ਉਲ ਜਾ ਰਹੇ ਸੀ। ਅੰਦਾਜ਼ਾ ਲਾਓ ਚੀਨੀਆਂ ਨੂੰ ਉਹਨਾਂ ਨੇ ਇਜਾਜ਼ਤ ਦਿੱਤੀ। ਇਹਦਾ ਮਤਲਬ ਚਾਈਨਾ ਸਟਰੋਂਗਲੀ, ਔਰ ਆਹਿਸਤਾ ਆਹਿਸਤਾ ਟਰੰਪ ਨੂੰ ਇਹ ਪਤਾ ਲੱਗ ਰਿਹਾ। ਉਹ ਮੈਂ ਦੇਖ ਰਿਹਾ ਸੀ ਕਿ ਚੀਨ ਨੇ ਤੇ ਅਮਰੀਕਾ ਨੇ ਤੇ ਕੋਈ 50% ਆਪਣਾ ਅਸਲਾ 50 ਤੋਂ ਵੀ ਜ਼ਿਆਦਾ ਡਿਪਲੀਟ ਕਰ ਲਿਆ ਆ, ਔਰ ਅੱਗੇ ਅਸਲਾ ਉਹਨਾਂ ਨੂੰ ਰੀਮੇਕ 'ਚ ਕੋਈ 2 ਤੋਂ 5 ਸਾਲ ਲੱਗਣਗੇ। ਔਰ ਇਸੇ ਹੀ ਤਿਆਰ ਰਹਿਣ। ਪੈਸੀਫਿਕ ਕੋਰੀਡੋਰ 'ਚ ਵੀ ਜਾਪਾਨ ਨੇ ਗੜਬੜਾਂ ਸ਼ੁਰੂ ਕਰ ਚੀਨ ਨੇ ਗੜਬੜਾਂ ਸ਼ੁਰੂ ਕਰ ਦੇਣੀਆਂ। ਜਾਪਾਨ ਆਲਰੇਡੀ ਅਵੇਅਰ ਹੋ ਗਿਆ, ਜਾਪਾਨ ਨੂੰ ਬੜੀ ਤਕਲੀਫ ਉੱਠਣ ਡਈ ਹੈ। 1-2 ਆਈਲੈਂਡਸ ਤੇ ਜਾਪਾਨ ਦੇ ਨਾਲ ਚੀਨ ਦਾ ਰਪੜਾ ਆ। ਤਾਈਵਾਨ ਚੀਨ ਲੈ ਲਏਗਾ, ਠੀਕ ਹੈ ਨਾ, ਉਹ ਚੀਨ ਉਧਰ ਆਪਣਾ ਸਿਲਸਿਲਾ ਬਣਾ ਦੇਗਾ। ਔਰ ਰੂਸ ਨੇ ਬਕਾਇਦਾ ਫ੍ਰੈਂਚ ਚੈਨਲ 'ਤੇ ਲਾਈਵ ਐਕਸਰਸਾਈਜ਼ਸ ਕੀਤੀਆਂ, ਠੀਕ ਹੈ। ਮਤਲਬ ਇੰਨੀਆਂ ਸਾਰੀਆਂ ਡਿਵੈਲਪਮੈਂਟਸ ਅਜੀਬੋ ਗਰੀਬ ਕਿਸਮ ਦੀਆਂ ਹੋ ਰਹੀਆਂ। ਅਮਰੀਕਾ ਕੋਲ ਸਵਾਏ ਖਾਰਜ ਆਈਲੈਂਡ 'ਤੇ ਫੌਜ ਉਤਾਰ ਕੇ ਕੋਈ ਉਹ ਲੇਕਿਨ ਚਾਬਹਾਰ ਜਾਂ ਖਾਰਜ ਆਈਲੈਂਡ ਦੋਨੋਂ ਜਗ੍ਹਾ ਬਹੁਤ ਬੁਰੀ ਮਾਰ ਪੈ ਗਈ। ਔਰ ਕੁਵੈਤ ਇਸੇ ਲਈ ਟੈਂਕ ਫੌਜ ਈਰਾਨ ਭੇਜ ਰਿਹਾ ਕਿ ਕੁਵੈਤ ਵੱਲੋਂ ਹੀ ਇਹ ਸਾਰਾ ਕੁਛ ਹੋਏਗਾ। ਔਰ ਇਹ ਸਾਰੇ ਮੁਸਲਿਮ ਮਮਾਲਿਕ ਅੱਜ ਬਹੁਤ ਬੁਰੇ ਫਸ ਗਏ ਆ ਅਮਰੀਕੀਆਂ ਨੂੰ ਬੇਸ ਦੇ ਕੇ। ਦੇਖੋ ਇਹਨਾਂ ਸਰਬਰਾਹਾਂ ਲਈ ਕਿੰਨਾ ਆਸਾਨ ਹੈ ਕਿ ਕਹਿਣ ਜੀ ਅਮਰੀਕੀ ਬੇਸ ਜਾਓ, ਪਿੱਛੇ ਅਸੀਂ ਈਰਾਨ ਦੇ ਨਾਲ, ਕਿੰਨਾ ਆਸਾਨ ਹੈ ਕੰਮ। ਲੇਕਿਨ ਨਹੀਂ ਜੀ, ਆਧਾ ਪ੍ਰਸਤੀ, ਕੋਈ ਇਸਲਾਮ ਨਹੀਂ, ਕੋਈ ਮਜ਼ਹਬ ਨਹੀਂ ਇੱਥੇ। ਅਵਾਮ ਉੱਥੇ ਖੜੇ ਨਹੀਂ ਹੁੰਦੇ, ਅਵਾਮ ਉੱਥੇ ਭੇੜੀਏ ਦੀ ਤਰ੍ਹਾਂ, ਉਹਨਾਂ ਨੂੰ ਜਾਨਵਰਾਂ ਦੀ ਤਰ੍ਹਾਂ। ਸਾਊਦੀ ਅਰਬ ਔਰ ਸਾਰੇ, ਹੁਣ ਸਾਊਦੀ ਅਰਬ ਕਿੰਨਾ ਬੁਰਾ ਫਸਿਆ ਹੋਇਆ, ਠੀਕ ਹੈ ਨਾ ਜੀ। ਹੁਣ ਅਮਰੀਕਾ ਦੀ ਕੋਸ਼ਿਸ਼ ਹੈ ਕਿ ਪਾਕਿਸਤਾਨ ਨੂੰ ਮਿਲਾ ਕੇ ਸਾਊਦੀ ਅਰਬ, ਇਹ ਸਾਰੇ ਇਜ਼ਰਾਈਲ, ਇਹ ਸਾਰੇ ਮਿਲ ਕੇ ਹਮਲਾ ਕਰਨ। ਔਰ ਪਾਕਿਸਤਾਨ ਨੂੰ ਵੀ ਤਦ ਲੋਨ ਦਿੱਤਾ ਜਾਏ ਅਗਰ ਪਾਕਿਸਤਾਨ ਅਬਰਾਹਮ ਅਕੋਰਡ ਤੇ ਇਸਰਾਈਲ ਨੂੰ ਰੈਕਗਨਾਈਜ਼ ਕਰੇ ਔਰ ਜੰਗ 'ਚ ਇੱਥੇ ਨਾਲ ਸ਼ਾਮਲ ਹੋਵੇ। ਈਰਾਨ ਬੜਾ ਉਸਤਾਦ ਹੈ। ਈਰਾਨ ਨੇ ਪਾਕਿਸਤਾਨ ਨੂੰ ਅਜੇ ਤੱਕ ਸਾਊਦੀ ਅਰਬ 'ਤੇ ਇੰਨੇ ਡਾਇਰੈਕਟ ਹਮਲੇ ਉਹ ਨਹੀਂ ਕਰਨ ਡੇ ਹੈ, ਠੀਕ ਹੈ ਨਾ। ਸਿਰਫ ਉਹ ਬਾਬੁਲ ਮੰਦਬ ਹੂਤੀਆਂ ਦੇ ਥਰੂ ਹੈ, ਉਹ ਸਾਊਦੀ ਸ਼ਿਪਸ 'ਤੇ ਹੈ, ਜਾਂ ਕੁਛ ਥੋੜ੍ਹੇ ਜਿਹੇ ਉਹਨਾਂ ਦੇ ਡਿਫੈਂਸ 'ਤੇ ਜਿਹੜੀ ਇੰਸਟਾਲੇਸ਼ਨਸ ਨੇ ਅਮਰੀਕਾ ਦੇ ਬੇਸਿਸ ਨੇ ਉੱਥੇ ਕਰਨ ਡੇ ਹੈ। ਉਹ ਪੰਗਾ ਲੈਣ ਹੀ ਨਹੀਂ ਡੇ ਹੈ ਬਿਲਕੁਲ ਵੀ। ਈਰਾਨ ਲੜਨ ਲਈ ਤਿਆਰ ਹੈ। ਈਰਾਨ ਦੇ ਕੋਲ ਤੇ ਦੇਖੋ ਜੀ ਨੋ ਔਰ ਨੈਵਰ ਵਾਲਾ ਮਸਲਾ ਹੈ। ਈਰਾਨ ਨੂੰ ਇਹਨਾਂ ਨੇ ਜਿੰਨਾ ਜ਼ਿਆਦਾ ਇਨਫਰਾਸਟਰਕਚਰ ਨੂੰ ਨੁਕਸਾਨ ਪਹੁੰਚਾਇਆ, ਜਿੰਨਾ ਸਾਰਾ, ਔਰ ਓਵਰ ਅ ਪੀਰੀਅਡ ਆਫ ਟਾਈਮ 1980 ਤੋਂ ਇਹ ਲੱਗੇ ਹੋਏ ਆ। 20 ਤੇ 46 ਸਾਲ ਹੋ ਗਏ, 46 ਈਅਰਸ ਤੋਂ। ਤੇ ਉਹ ਜ਼ਾਹਰੀ ਗੱਲ ਹੈ, ਉਹ ਕਾਫੀ ਚੀਜ਼ਾਂ ਤੇ ਉਹ ਇੰਪਰੋਵਾਈਜ਼ ਕਰਨਾ ਸਿੱਖ ਗਈ ਹੈ। ਉਹ ਕਾਮਯਾਬ ਹੋ ਗਏ ਨੇ ਕੰਜ਼ਰਵੇਟਿਵ ਤਰੀਕੇ ਨਾਲ। ਆਪਣੀਆਂ ਫੈਕਟਰੀਆਂ, ਇੰਡਸਟਰੀਜ਼ ਉਹਨਾਂ ਨੇ ਚੀਨ ਨੂੰ ਦੇ ਦਿੱਤੀਆਂ। ਚੀਨ ਐਡਵਾਂਸਮੈਂਟ ਵੀ ਉੱਥੇ ਲੈ ਆਏਗਾ, ਚੀਨ ਡਾਇਰੈਕਟ ਮਦਦ, ਔਰ ਰੂਸ ਉਹਨਾਂ ਨੂੰ ਸਪੈਸ਼ਲੀ ਇਹ ਜਿਹੜੇ ਆਪਣਾ ਇੰਡੀਆ ਅਮਰੀਕਾ ਦੇ ਡਿਫੈਂਸ ਦੀ ਥਰਡ ਬੈਟਰੀਜ਼ ਨੂੰ ਜਿਹੜਾ ਨੁਕਸਾਨ ਪਹੁੰਚਿਆ, $800 ਮਿਲੀਅਨ ਦੀ ਥਰਡ ਬੈਟਰੀਜ਼। ਜਾਰਡਨ ਜਿਹੜਾ ਨੁਕਸਾਨ ਹੋਇਆ, ਇੱਕ ਥਰਡ ਬੈਟਰੀ ਇਹਨਾਂ ਦੀ ਹੈ। ਅੰਦਾਜ਼ਾ ਲਾਓ ਕਿ ਕਿੰਨਾ ਜ਼ਿਆਦਾ ਉਹਨਾਂ, ਔਰ ਕਿਉਂ ਮੁਮਕਿਨ ਹੋਇਆ। ਉਹ ਜਿਆਂਗ ਦੱਸ ਰਹੇ ਸੀ ਕਿ ਰੂਸ ਦੀ ਸਰਵੇਲੈਂਸ, ਰੂਸ ਦੀ ਇੰਟੈਲੀਜੈਂਸ, ਚਾਈਨਾ ਦੀ ਇੰਟੈਲੀਜੈਂਸ, ਚਾਈਨਾ ਦਾ ਕਿਸੇ ਹੱਦ ਤੱਕ ਮਿਲਟਰੀ ਹਾਰਡਵੇਅਰ ਵੀ ਚਾਈਨਾ ਦਾ ਇਹਨਾਂ ਨੇ ਯੂਜ਼ ਕੀਤਾ। ਦੇ ਹੈਵ ਸਕਸੀਡਡ।
ਤੁਸੀਂ ਅਗਰ ਰਾਈਟ ਪਾਥ ਤੇ ਜਾਓਗੇ ਇੰਡੀਵਿਜੂਅਲ ਔਰ ਕੌਮਾ ਤੇ ਤੁਸੀਂ ਯੂ ਵਿਲ ਗੈਟ ਰਾਈਟ ਰਿਜ਼ਲਟਸ ਅਗਰ ਤੁਸੀਂ ਰੋਂਗ ਪਾਥ ਤੇ ਜਾਓਗੇ ਯੂ ਵਿਲ ਗੈਟ ਰੋਂਗ ਥਿੰਗਸ ਸੇਮ ਵੈਰੀ ਸਿੰਪਲ ਉੱਥੇ ਦੇਖ ਲਓ ਕਿੰਨੇ ਹੋਣਗੇ ਅਹਿਮਦਾਬਾਦ ਬੰਗਲੌਰ ਬੰਬੇ ਵਗੈਰਾ ਵੀ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਦਿੱਲੀ ਵੀ ਕੀਤਾ ਪ੍ਰੋਟੈਸਟ ਔਰ ਸਿਰਫ 26 ਦਿਨ ਜ਼ਿਆਦਾ 2 ਹਫ਼ਤੇ ਠੀਕ ਹੈ ਉਹਨੇ ਐਕਚੁਅਲੀ ਭੁੱਖ ਹੜਤਾਲ ਜਿਹੜੀ ਕੀਤੀ ਸੀ ਸੋਨੀ ਵਾਂਗ ਨੇ ਉਹ ਤੋਂ ਵਡਾਂਗ ਕਿ ਕੀ ਉਹਦਾ ਨਾਂ ਆ ਉਹ ਤੋਂ ਅਸਲੀ ਮਾਮਲਾ ਜ਼ਿਆਦਾ ਵਿਗੜਿਆ ਸੀ ਠੀਕ ਹੈ ਨਾ ਜੀ ਔਰ ਤੁਸੀਂ ਦੇਖੋ ਉਹਨਾਂ ਨੇ ਨੀਲ ਡਾਊਨ ਕਰਾਤਾ ਔਰ ਆਪਣੇ ਸਾਰੇ ਮੁਤਾਲਬਾਤ ਵੀ ਤਸਲੀਮ ਕਰਾ ਲੈ ਐਵਰੀਥਿੰਗ ਇਜ਼ ਵਿਦ ਇਨ ਯੂ ਆਪਣੀ ਜ਼ਿੰਦਗੀ ਠੀਕ ਕਰਨਾ ਆਪਣੇ ਮਹੱਲੇ ਦੀ ਜ਼ਿੰਦਗੀ ਠੀਕ ਕਰਨਾ ਆਪਣੇ ਸ਼ਹਿਰ ਦੀ ਜ਼ਿੰਦਗੀ ਠੀਕ ਕਰਨਾ ਆਪਣੇ ਮੁਲਕ ਦੀ ਜ਼ਿੰਦਗੀਆਂ ਠੀਕ ਕਰਨਾ is within you क्योंकि सानू की सब चलता है और करप्शन करनी है और इन्हां दोनों हरामजादे सूअर मौलवियां दी बनोरी मौलवी कुत्ते दी तरह और वो जिहड़ा कहंदा मेरे बन्ने बालां तो ज़्यादा औरतां नूं मैं औरतां नाल सैक्स कीता या गंद कीता कुछ नहीं बनेगा बाबा कुछ नहीं बनेगा एक कुदरती निज़ाम है कुदरत दे अंडर हो तुसी इस कॉस्मिक डांस च इत्थे कोई अकीदा कोई मज़हब कोई चीज़ कोई उम्मा शुम्मा चुम्मा इत्थे कम नहीं देगा कल तक ले